ਨਿਊ ਪੰਜਾਬੀ ਕਹਾਣੀਆਂ ਚੈਨਲ ਦੀ ਅੱਜ ਦੀ ਕਹਾਣੀ ਹੈ ਵਿਧਵਾ ਮਾਂ। ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਪ੍ਰੈਸ ਕਰ ਲਿਓ ਤਾਂ ਕਿ ਰੋਜ਼ ਜਦੋਂ ਇਸ ਚੈਨਲ ਤੇ ਕਹਾਣੀ ਅਪਲੋਡ ਹੋਵੇ ਤਾਂ ਤੁਹਾਨੂੰ ਪਤਾ ਲੱਗ ਜਾਵੇ। ਸੋ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਵਿਧਵਾ ਮਾਂ। ਅਮਨ ਆਪਣੀ ਮਾਂ ਜਸਬੀਰ ਨਾਲ ਪਟਿਆਲੇ ਰਹਿੰਦੀ ਸੀ। ਜਦੋਂ ਉਹ 7 ਸਾਲ ਦੀ ਸੀ ਤਾਂ ਉਸਦੇ ਪਿਤਾ ਦੀ ਮੌਤ ਹੋ ਗਈ ਅਤੇ ਉਦੋਂ ਤੋਂ ਉਸਦੀ ਮਾਂ ਹੀ ਉਸਦਾ ਸਭ ਕੁਝ ਸੀ। ਜਸਬੀਰ ਨੇ ਅਮਨ ਨੂੰ ਮਾਂ ਅਤੇ ਪਿਤਾ ਦੋਹਾਂ ਦਾ ਪਿਆਰ ਦਿੱਤਾ। ਅਮਨ ਦੇ ਪਿਤਾ ਦੀ ਮੌਤ ਤੋਂ ਬਾਅਦ ਅਮਨ ਦੇ ਉਜਵਲ ਭਵਿੱਖ ਲਈ ਜਸਬੀਰ ਇੱਕ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਕਰਨ ਲੱਗ ਪਈ। ਇੱਥੋਂ ਉਸਨੇ ਚੰਗੀ ਤਨਖਾਹ ਲਈ, ਜਿਸ ਕਾਰਨ ਮਾਂ ਧੀ ਦੋਵੇਂ ਚੰਗੀ ਤਰ੍ਹਾਂ ਗੁਜ਼ਾਰਾ ਕਰ ਲੈਂਦੀਆਂ ਸਨ। ਅਮਨ ਦੇ ਮਾਤਾ-ਪਿਤਾ ਹਮੇਸ਼ਾ ਹੀ ਅਮਨ ਨੂੰ ਕਾਬਲ ਵਕੀਲ ਬਣਾਉਣਾ ਚਾਹੁੰਦੇ ਸਨ। ਉਹਨਾਂ ਦਾ ਸੁਪਨਾ ਸੀ ਕਿ ਅਮਨ ਨੂੰ ਸ਼ਹਿਰ ਦੇ ਮਸ਼ਹੂਰ ਵਕੀਲਾਂ ਵਿੱਚ ਗਿਣਿਆ ਜਾਵੇ। ਇਸ ਲਈ ਜਸਬੀਰ ਨੇ ਅਮਨ ਦੇ ਭਵਿੱਖ ਲਈ ਬਹੁਤ ਮਿਹਨਤ ਕੀਤੀ। ਉਸਨੇ ਅਮਨ ਦੀ 12ਵੀਂ ਦੀ ਪੜ੍ਹਾਈ ਤੋਂ ਬਾਅਦ LLB 'ਚ ਦਾਖਲੇ ਲਈ ਕਿਸੇ ਚੰਗੀ ਸੰਸਥਾ ਤੋਂ ਕੋਚਿੰਗ ਵੀ ਦਿਵਾਈ। ਅਮਨ ਚੰਗੀ ਤਰ੍ਹਾਂ ਜਾਣਦੀ ਸੀ ਕਿ ਜਸਬੀਰ ਉਸਨੂੰ ਕਿੰਨੀ ਮੁਸ਼ਕਲ ਨਾਲ ਪੜ੍ਹਾ ਰਹੀ ਸੀ। ਇਸ ਲਈ ਅਮਨ ਨੇ ਵੀ ਆਪਣੀ ਪੜ੍ਹਾਈ ਵੱਲ ਪੂਰਾ ਧਿਆਨ ਦਿੱਤਾ ਸੀ। ਪਹਿਲਾਂ ਦਾਖਲਾ ਲਿਆ, ਫਿਰ ਉਸਨੇ 90% ਅੰਕਾਂ ਨਾਲ LLB ਪਾਸ ਕੀਤੀ। ਉਸਨੇ ਆਪਣੇ ਕਾਲਜ ਵਿੱਚ ਟੌਪ ਕੀਤਾ ਸੀ, ਜਿਸ ਕਾਰਨ ਜਸਬੀਰ ਬਹੁਤ ਖੁਸ਼ ਸੀ। ਇਸ ਤੋਂ ਬਾਅਦ ਅਮਨ ਦੀ ਪ੍ਰੈਕਟਿਸ ਸ਼ੁਰੂ ਹੋ ਗਈ ਅਤੇ ਉਸਨੇ ਇੱਕ ਮੰਨੇ ਪਰਮੰਨੇ ਵਕੀਲ ਤੋਂ ਕੋਰਟ ਦੇ ਟ੍ਰਿਕ ਸਿੱਖਣੇ ਸ਼ੁਰੂ ਕਰ ਦਿੱਤੇ ਅਤੇ ਇਸ ਦੇ ਨਾਲ ਹੀ ਉਸਨੇ LLM ਦੀ ਪੜ੍ਹਾਈ ਸ਼ੁਰੂ ਕਰ ਦਿੱਤੀ। ਸਭ ਕੁਝ ਠੀਕ ਠਾਕ ਚੱਲ ਰਿਹਾ ਸੀ ਕਿ ਇੱਕ ਦਿਨ ਅਚਾਨਕ ਦਫ਼ਤਰ ਵਿੱਚ ਬੈਠੀ ਜਸਬੀਰ ਦੇ ਪੇਟ ਵਿੱਚ ਦਰਦ ਮਹਿਸੂਸ ਹੋਇਆ ਅਤੇ ਉਹ ਦਰਦ ਨਾਲ ਬੁਰੀ ਤਰ੍ਹਾਂ ਕੁਰਲਾਉਣ ਲੱਗ ਪਈ। ਕੰਪਨੀ ਦੇ ਨਾਲ ਦੇ ਮੁਲਾਜ਼ਮ ਜਸਬੀਰ ਨੂੰ ਹਸਪਤਾਲ ਲੈ ਗਏ। ਇੱਥੇ ਜਸਬੀਰ ਦੇ ਪਰਿਵਾਰਕ ਡਾਕਟਰ ਅਵਿਨਾਸ਼ ਨੇ ਉਹਨਾਂ ਦੀ ਜਾਂਚ ਕੀਤੀ। ਸਾਰੇ ਟੈਸਟਾਂ ਦੀ ਰਿਪੋਰਟ ਆਉਣ ਤੋਂ ਬਾਅਦ ਉਸਦੇ ਚਿਹਰੇ 'ਤੇ ਗੰਭੀਰਤਾ ਛਾ ਗਈ। ਅਮਨ ਆਪਣੇ ਅਭਿਆਸ ਲਈ ਗਈ ਹੋਈ ਸੀ, ਇਸ ਲਈ ਉਸਨੂੰ ਇਸ ਬਾਰੇ ਕੁਝ ਨਹੀਂ ਪਤਾ ਸੀ। ਜਸਬੀਰ ਡਾਕਟਰ ਅਵਿਨਾਸ਼ ਨੂੰ ਚੰਗੀ ਤਰ੍ਹਾਂ ਜਾਣਦੀ ਸੀ। ਉਸਨੇ ਝਿਜਕਦੇ ਹੋਏ ਡਾਕਟਰ ਅਵਿਨਾਸ਼ ਤੋਂ ਉਹਨਾਂ ਦੇ ਪੇਟ ਦਰਦ ਦਾ ਕਾਰਨ ਪੁੱਛਿਆ। ਡਾਕਟਰ ਉਸਨੂੰ ਕੁਝ ਨਹੀਂ ਕਹਿਣਾ ਚਾਹੁੰਦਾ ਸੀ, ਪਰ ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਹੁਣ ਜਸਬੀਰ ਦੇ ਨਾਲ ਕੋਈ ਨਹੀਂ ਹੈ। ਸਾਰੇ ਰਿਸ਼ਤੇਦਾਰਾਂ ਨੇ ਬਹੁਤ ਪਹਿਲਾਂ ਹੀ ਉਸ ਤੋਂ ਮੂੰਹ ਮੋੜ ਲਿਆ ਸੀ। ਇਸ ਲਈ ਡਾਕਟਰ ਅਵਿਨਾਸ਼ ਨੂੰ ਸਾਰੀ ਗੱਲ ਦੱਸਣੀ ਪਈ। ਦੇਖੋ ਮਾਤਾ ਜੀ, ਮੈਂ ਤੁਹਾਨੂੰ ਇਹ ਨਹੀਂ ਦੱਸਣਾ ਚਾਹੁੰਦਾ ਸੀ, ਪਰ ਮੈਂ ਜਾਣਦਾ ਹਾਂ ਕਿ ਅਮਨ ਤੋਂ ਇਲਾਵਾ ਤੁਹਾਡੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਹੈ ਅਤੇ ਇਸ ਲਈ ਤੁਹਾਨੂੰ ਸਭ ਕੁਝ ਪਤਾ ਹੋਣਾ ਚਾਹੀਦਾ ਹੈ, ਇਸ ਲਈ ਤਾਂ ਕਿ ਤੁਸੀਂ ਆਪਣੀ ਚੰਗੀ ਦੇਖਭਾਲ ਕਰ ਸਕੋ। ਜਸਬੀਰ ਨੇ ਘਬਰਾ ਕੇ ਕਿਹਾ, ਕੀ ਗੱਲ ਹੈ ਡਾਕਟਰ, ਸਹੀ ਦੱਸੋ। ਡਾਕਟਰ ਅਵਿਨਾਸ਼ ਨੇ ਦੱਸਿਆ, ਤੁਹਾਨੂੰ ਪੇਟ ਦਾ ਕੈਂਸਰ ਹੈ। ਇਹ ਸੁਣ ਕੇ ਜਸਬੀਰ ਇੱਕ ਪਲ ਲਈ ਟੁੱਟ ਗਈ, ਪਰ ਫਿਰ ਹੌਸਲਾ ਵਧਾਉਂਦੇ ਹੋਏ ਡਾਕਟਰ ਨੂੰ ਪੁੱਛਿਆ, ਡਾਕਟਰ ਮੇਰੇ ਠੀਕ ਹੋਣ ਦੀ ਕੋਈ ਉਮੀਦ ਹੈ? ਡਾਕਟਰ ਅਵਿਨਾਸ਼ ਗੰਭੀਰ ਹੁੰਦੇ ਹੋਏ ਬੋਲੇ, ਮੈਂ ਤੁਹਾਨੂੰ ਕੋਈ ਝੂਠੀ ਉਮੀਦ ਨਹੀਂ ਦੇਵਾਂਗਾ। ਸੱਚ ਤਾਂ ਇਹ ਹੈ ਕਿ ਤੁਹਾਡਾ ਕੈਂਸਰ ਬਹੁਤ ਫੈਲ ਚੁੱਕਿਆ ਹੈ, ਕਿਸੇ ਵੀ ਸਮੇਂ ਕੁਝ ਵੀ ਹੋ ਸਕਦਾ ਹੈ। ਇਹ ਸੁਣ ਕੇ ਅਮਨ ਦਾ ਚਿਹਰਾ ਜਸਬੀਰ ਦੀ ਅੱਖਾਂ ਅੱਗੇ ਘੁੰਮਣ ਲੱਗਦਾ ਹੈ ਅਤੇ ਉਹ ਸੋਚਣ ਲੱਗਦੀ ਹੈ ਕਿ ਮੇਰੇ ਜਾਣ ਤੋਂ ਬਾਅਦ ਮੇਰੀ ਬੱਚੀ ਦਾ ਕੀ ਬਣੇਗਾ, ਅਤੇ ਉਹ ਰੱਬ ਅੱਗੇ ਅਰਦਾਸ ਕਰਦੀ ਹੈ ਕਿ ਹੇ ਵਾਹਿਗੁਰੂ, ਮੈਨੂੰ ਇੰਨੀ ਉਮਰ ਦੇ ਦੇਈ ਕਿ ਮੈਂ ਆਪਣੀ ਧੀ ਨੂੰ ਉਸ ਮੁਕਾਮ 'ਤੇ ਲੈ ਜਾ ਸਕਾਂ ਜਿਸ 'ਤੇ ਮੈਂ ਉਸ ਨੂੰ ਪਹੁੰਚਾਉਣਾ ਚਾਹੁੰਦੀ ਹਾਂ। ਉਸ ਤੋਂ ਬਾਅਦ ਭਾਵੇਂ ਮੇਰੇ ਸਾਹ ਖੋਹ ਲਵੀਂ। ਜਸਬੀਰ ਡਾਕਟਰ ਅਵਿਨਾਸ਼ ਨੂੰ ਬੇਨਤੀ ਕਰਦੀ ਹੈ ਕਿ ਅਮਨ ਨੂੰ ਇਸ ਬਾਰੇ ਕੁਝ ਨਹੀਂ ਪਤਾ ਹੋਣਾ ਚਾਹੀਦਾ। ਪਹਿਲਾਂ ਤਾਂ ਡਾਕਟਰ ਅਵਿਨਾਸ਼ ਮਨਾ ਕਰ ਦਿੰਦੇ ਹਨ, ਪਰ ਵਾਰ-ਵਾਰ ਬੇਨਤੀ ਕਰਨ ਤੋਂ ਬਾਅਦ ਉਹ ਮੰਨ ਜਾਂਦੇ ਹਨ। ਪਰ ਫਿਰ ਵੀ ਇੱਕ ਡਾਕਟਰ ਦੀ ਡਿਊਟੀ ਪੂਰੀ ਕਰਦੇ ਹੋਏ ਉਹ ਅਮਨ ਨੂੰ ਫੋਨ ਕਰਦੇ ਹਨ ਅਤੇ ਉਸ ਨੂੰ ਸੂਚਿਤ ਕਰਦੇ ਹਨ ਕਿ ਜਸਬੀਰ ਹਸਪਤਾਲ ਵਿੱਚ ਦਾਖਲ ਹੈ। ਜਿਵੇਂ ਹੀ ਅਮਨ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਸਭ ਕੁਝ ਛੱਡ ਕੇ ਹਸਪਤਾਲ ਪਹੁੰਚ ਗਈ ਅਤੇ ਆਪਣੀ ਮਾਂ ਦੇ ਕਮਰੇ 'ਚ ਜਾ ਕੇ ਉਸ ਨੂੰ ਬੈੱਡ 'ਤੇ ਪਈ ਦੇਖ ਕੇ ਰੋਣ ਲੱਗ ਪਈ। ਜਸਬੀਰ ਉਸ ਨੂੰ ਉੱਥੇ ਦੇਖ ਕੇ ਹੈਰਾਨ ਹੋ ਗਈ, ਪਰ ਫਿਰ ਵੀ ਉਹ ਅਮਨ ਨੂੰ ਚੁੱਪ ਕਰਵਾਉਂਦੀ ਅਤੇ ਕਹਿੰਦੀ, ਬੇਟਾ ਮੈਂ ਬਿਲਕੁਲ ਠੀਕ ਹਾਂ ਅਤੇ ਤੈਨੂੰ ਕਿਵੇਂ ਪਤਾ ਲੱਗਾ ਕਿ ਮੈਂ ਇੱਥੇ ਹਾਂ? ਅਮਨ ਰੋਂਦੀ ਰੋਂਦੀ ਹੋਈ ਬੋਲੀ, ਮੰਮੀ ਤੁਸੀਂ ਮੈਨੂੰ ਦੱਸਣਾ ਜ਼ਰੂਰੀ ਨਹੀਂ ਸਮਝਿਆ। ਚੰਗਾ ਹੋਇਆ ਕਿ ਡਾਕਟਰ ਅਵਿਨਾਸ਼ ਨੇ ਮੈਨੂੰ ਫੋਨ ਕਰਕੇ ਸਭ ਕੁਝ ਦੱਸ ਦਿੱਤਾ। ਅਮਨ ਦੀ ਗੱਲ ਸੁਣ ਕੇ ਜਸਬੀਰ ਨੂੰ ਇੱਕ ਪਲ ਲਈ ਮਹਿਸੂਸ ਹੋਇਆ ਕਿ ਅਮਨ ਨੂੰ ਸਭ ਕੁਝ ਪਤਾ ਲੱਗ ਗਿਆ ਹੈ। ਉਸਨੇ ਡਰਦੇ ਹੋਏ ਉਸ ਨੂੰ ਪੁੱਛਿਆ, ਕੀ ਕਿਹਾ ਫਿਰ ਡਾਕਟਰ ਅਵਿਨਾਸ਼ ਨੇ? ਇਸ ਤੋਂ ਪਹਿਲਾਂ ਕਿ ਅਮਨ ਕੋਈ ਜਵਾਬ ਦਿੰਦੀ, ਡਾਕਟਰ ਅਵਿਨਾਸ਼ ਆਪ ਹੀ ਉੱਥੇ ਆ ਗਏ ਅਤੇ ਕਹਿਣ ਲੱਗੇ, ਮੈਂ ਦੱਸ ਦਿੱਤਾ ਹੈ ਕਿ ਤੁਹਾਡੇ ਮੰਮੀ ਹੁਣ ਬੁੱਢੇ ਹੋ ਗਏ ਨੇ ਅਤੇ ਇਹਨਾਂ ਲਈ ਇਹਨਾਂ ਨੂੰ ਬਾਹਰ ਦਾ ਖਾਣਾ ਬਿਲਕੁਲ ਬੰਦ ਕਰਵਾ ਦਿਓ। ਸਿਰਫ ਸਾਦਾ ਖਾਣਾ ਮਿਲੇਗਾ ਮਾਤਾ ਜੀ, ਕੋਈ ਚਟਪਟਾ ਨਹੀਂ। ਇਹ ਕਹਿ ਕੇ ਡਾਕਟਰ ਅਵਿਨਾਸ਼ ਅਤੇ ਅਮਨ ਹੱਸਣ ਲੱਗ ਪਏ। ਜਸਬੀਰ ਨੇ ਵੀ ਸੁੱਖ ਦਾ ਸਾਹ ਲਿਆ ਕਿ ਅਮਨ ਨੂੰ ਕੁਝ ਪਤਾ ਨਹੀਂ ਲੱਗਾ ਅਤੇ ਉਹ ਵੀ ਮੁਸਕਰਾਉਣ ਲੱਗੀ। ਕੁਝ ਸਮੇਂ ਬਾਅਦ ਜਸਬੀਰ ਨੂੰ ਘਰ ਭੇਜ ਦਿੱਤਾ ਗਿਆ।
ਡਾਕਟਰ ਅਵਿਨਾਸ਼ ਜਸਬੀਰ ਨੂੰ ਆਪਣਾ ਖਾਸ ਖਿਆਲ ਰੱਖਣ ਅਤੇ ਸਮੇਂ ਸਿਰ ਦਵਾਈਆਂ ਲੈਣ ਲਈ ਕਹਿੰਦੇ ਹਨ ਅਤੇ ਸਮੇਂ-ਸਮੇਂ ਤੇ ਆਪਣਾ ਚੈੱਕਅਪ ਕਰਾਉਣ ਲਈ ਸਖਤ ਹਦਾਇਤਾਂ ਵੀ ਦਿੰਦੇ ਹਨ। ਜਸਬੀਰ ਦਾ ਇਲਾਜ ਸ਼ੁਰੂ ਹੋ ਜਾਂਦਾ ਹੈ ਤੇ ਉਸ ਨੂੰ ਕੁਝ ਸਮੇਂ ਲਈ ਰਾਹਤ ਵੀ ਮਿਲਦੀ ਹੈ, ਪਰ ਕੁਝ ਸਮੇਂ ਬਾਅਦ ਉਸ ਦਾ ਦਰਦ ਫਿਰ ਤੋਂ ਸ਼ੁਰੂ ਹੋ ਜਾਂਦਾ ਹੈ। ਜਸਬੀਰ ਅਮਨ ਨੂੰ ਇਸ ਬਾਰੇ ਪਤਾ ਨਹੀਂ ਲੱਗਣ ਦੇਣਾ ਚਾਹੁੰਦੀ ਅਤੇ ਚੁੱਪਚਾਪ ਆਪਣਾ ਇਲਾਜ ਕਰਵਾਉਂਦੀ ਰਹਿੰਦੀ ਹੈ। ਸਮਾਂ ਇਸ ਤਰ੍ਹਾਂ ਲੰਘਦਾ ਹੈ ਕਿ ਉਹ ਦਿਨ ਵੀ ਆਉਂਦਾ ਹੈ ਜਦੋਂ ਅਮਨ ਨੂੰ ਨਵੇਂ ਪਾਸ ਹੋਏ ਵਕੀਲਾਂ ਦੀ ਕਤਾਰ ਵਿੱਚ ਸ਼ਾਮਲ ਹੋਣ ਅਤੇ ਸਨਮਾਨ ਪ੍ਰਾਪਤ ਕਰਨ ਦਾ ਮੌਕਾ ਮਿਲਦਾ ਹੈ। ਦੋਵੇਂ ਮਾਂ ਧੀ ਬਹੁਤ ਖੁਸ਼ ਸਨ ਕਿਉਂਕਿ ਅਗਲੇ ਦਿਨ ਅਮਨ ਦਾ ਸਨਮਾਨ ਹੋਣਾ ਸੀ। ਖਾਣਾ ਖਾਣ ਤੋਂ ਬਾਅਦ ਦੋਵੇਂ ਮਾਂ ਧੀ ਆਪੋ ਆਪਣੇ ਕਮਰੇ ਵਿੱਚ ਚਲੀਆਂ ਗਈਆਂ ਤੇ ਕੁਝ ਸਮੇਂ ਬਾਅਦ ਜਸਬੀਰ ਦੇ ਪੇਟ ਵਿੱਚ ਅਸਹਿਣਸ਼ੀਲ ਦਰਦ ਹੋਣ ਲੱਗਾ। ਉਸਨੇ ਤੁਰੰਤ ਡਾਕਟਰ ਅਵਿਨਾਸ਼ ਨੂੰ ਫੋਨ ਕੀਤਾ ਅਤੇ ਉਹਨਾਂ ਨੇ ਜਸਬੀਰ ਨੂੰ ਤੁਰੰਤ ਹਸਪਤਾਲ ਜਾਣ ਦੀ ਸਲਾਹ ਦਿੱਤੀ। ਪਰ ਜਸਬੀਰ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਕੱਲ੍ਹ ਮੇਰੀ ਧੀ ਦੀ ਜ਼ਿੰਦਗੀ ਦਾ ਬਹੁਤ ਖਾਸ ਦਿਨ ਹੈ ਤੇ ਜੇਕਰ ਅਮਨ ਨੂੰ ਮੇਰੀ ਬਿਮਾਰੀ ਬਾਰੇ ਪਤਾ ਲੱਗਾ ਤਾਂ ਉਹ ਸਭ ਕੁਝ ਛੱਡ ਕੇ ਮੇਰੇ ਨਾਲ ਆ ਜਾਏਗੀ। ਮੇਰੀ ਸੇਵਾ ਤੇ ਮੈਂ ਆਪਣੇ ਦੁੱਖ ਕਾਰਨ ਆਪਣੀ ਧੀ ਦੀ ਖੁਸ਼ੀ ਨਹੀਂ ਖੋ ਸਕਦੀ। ਡਾਕਟਰ ਅਵਿਨਾਸ਼ ਨੇ ਉਸ ਨੂੰ ਬਹੁਤ ਸਮਝਾਇਆ ਕਿ ਜੇਕਰ ਉਹ ਹੁਣੇ ਹਸਪਤਾਲ ਵਿੱਚ ਦਾਖਲ ਨਾ ਹੋਈ ਤਾਂ ਉਸ ਦੀ ਮੌਤ ਵੀ ਹੋ ਸਕਦੀ ਹੈ, ਪਰ ਫਿਰ ਵੀ ਜਸਬੀਰ ਨਹੀਂ ਮੰਨੀ। ਡਾਕਟਰ ਅਵਿਨਾਸ਼ ਨੂੰ ਮਾਂ ਦੇ ਪਿਆਰ ਅਤੇ ਜ਼ਿੱਦ ਅੱਗੇ ਝੁਕਣਾ ਪਿਆ ਤੇ ਉਹ ਰਾਤ ਨੂੰ ਅਮਨ ਤੋਂ ਛੁਪ ਕੇ ਉਹਨਾਂ ਦੇ ਘਰ ਆਏ ਅਤੇ ਜਸਬੀਰ ਨੂੰ ਦਰਦ ਤੋਂ ਰਾਹਤ ਦਾ ਟੀਕਾ ਲਗਵਾਇਆ। ਜਸਬੀਰ ਨੇ ਕਿਸੇ ਤਰ੍ਹਾਂ ਰਾਤ ਕੱਟੀ ਤੇ ਸਵੇਰੇ ਅਮਨ ਦੇ ਸਾਹਮਣੇ ਜਾਣ ਤੋਂ ਪਹਿਲਾਂ ਹੀ ਉਸਦੇ ਚਿਹਰੇ ਦੇ ਹਾਵ-ਭਾਵ ਬਦਲ ਗਏ, ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਅਮਨ ਫੰਕਸ਼ਨ ਵਿੱਚ ਜਾਣ ਲਈ ਤਿਆਰ ਹੋ ਰਹੀ ਸੀ ਤੇ ਜਸਬੀਰ ਅਮਨ ਨੂੰ ਜਲਦੀ ਤਿਆਰ ਹੋਣ ਲਈ ਕਹਿ ਰਹੀ ਸੀ। ਜਸਬੀਰ ਨੂੰ ਪਤਾ ਸੀ ਕਿ ਜੇਕਰ ਉਹ ਅਮਨ ਦੇ ਨਾਲ ਨਾ ਗਈ ਤਾਂ ਅਮਨ ਨੂੰ ਸ਼ੱਕ ਹੋ ਜਾਏਗਾ ਅਤੇ ਉਹ ਇਸ ਫੰਕਸ਼ਨ 'ਚ ਨਹੀਂ ਜਾਏਗੀ। ਇਸ ਲਈ ਜਸਬੀਰ ਨੇ ਆਪਣੇ ਕਮਰੇ 'ਚੋਂ ਚੋਰੀ ਇਕੱਠੇ 2 ਦਰਦ ਦੀਆਂ ਗੋਲੀਆਂ ਖਾ ਲਈਆਂ ਤੇ ਆਪਣੇ ਦਰਦ ਨੂੰ ਛੁਪਾਉਂਦੇ ਹੋਏ ਉਹ ਤਿਆਰ ਹੋ ਕੇ ਅਮਨ ਦੇ ਨਾਲ ਚਲੀ ਗਈ। ਸਮੇਂ ਦੇ ਬੀਤਣ ਨਾਲ ਜਸਬੀਰ ਲਈ ਆਪਣਾ ਦੁੱਖ ਸਹਿਣਾ ਅਸਹਿ ਹੁੰਦਾ ਜਾ ਰਿਹਾ ਸੀ, ਪਰ ਉਸਨੇ ਆਪਣੀ ਬੇਟੀ ਦੀ ਖੁਸ਼ੀ ਲਈ ਆਪਣੇ ਚਿਹਰੇ ਤੋਂ ਮੁਸਕਰਾਹਟ ਨਹੀਂ ਜਾਣ ਦਿੱਤੀ। ਕੁਝ ਹੀ ਪਲਾਂ ਵਿੱਚ ਉਹ ਸਮਾਂ ਵੀ ਆ ਗਿਆ ਜਿਸ ਕਾਰਨ ਜਸਬੀਰ ਨੇ ਇੰਨੇ ਸਾਲ ਉਡੀਕ ਕੀਤੀ ਤੇ ਇੰਨਾ ਦਰਦ ਸਹਿਆ। ਅਮਨ ਨੂੰ ਸਨਮਾਨਿਤ ਕਰਨ ਲਈ ਸਟੇਜ ਤੇ ਬੁਲਾਇਆ ਗਿਆ। ਅਮਨ ਆਪਣੀ ਮਾਂ ਨੂੰ ਜੱਫੀ ਪਾ ਕੇ ਸਟੇਜ ਤੇ ਗਈ ਤੇ ਜਿਵੇਂ ਹੀ ਉਸਨੇ ਪੁਰਸਕਾਰ ਪ੍ਰਾਪਤ ਕੀਤਾ ਤੇ ਆਪਣੀ ਮਾਂ ਵੱਲ ਮੁਸਕਰਾਉਂਦੇ ਹੋਏ ਦੇਖਿਆ ਤਾਂ ਜਸਬੀਰ ਦੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ ਅਤੇ ਉਹ ਜ਼ਮੀਨ ਤੇ ਡਿੱਗ ਗਈ। ਆਪਣੀ ਮਾਂ ਦੀ ਹਾਲਤ ਦੇਖ ਕੇ ਅਮਨ ਸਭ ਕੁਝ ਸੁੱਟ ਕੇ ਸਟੇਜ ਤੋਂ ਨੀਚੇ ਉਤਰ ਆਈ। ਆਪਣੀ ਮਾਂ ਕੋਲ ਆਈ ਅਤੇ ਜਲਦੀ ਨਾਲ ਲੋਕਾਂ ਨੂੰ ਐਂਬੂਲੈਂਸ ਬੁਲਾਉਣ ਲਈ ਕਹਿਣ ਲੱਗੀ। ਕੁਝ ਦੇਰ ਵਿੱਚ ਇੱਕ ਐਂਬੂਲੈਂਸ ਆ ਗਈ ਤੇ ਜਸਬੀਰ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰ ਅਵਿਨਾਸ਼ ਨੇ ਜਲਦੀ ਟੈਸਟ ਕਰਵਾਏ। ਅਮਨ ਦਾ ਰੋ ਕੇ ਬੁਰਾ ਹਾਲ ਸੀ। ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਇਹ ਸਭ ਕੀ ਹੋ ਰਿਹਾ ਹੈ। ਤਦ ਡਾਕਟਰ ਅਵਿਨਾਸ਼ ਉਸ ਕੋਲ ਆਏ ਤੇ ਅਮਨ ਨੂੰ ਇੱਕ ਪੱਤਰ ਸੌਂਪਿਆ ਤੇ ਕਿਹਾ ਕਿ ਇਹ ਚਿੱਠੀ ਮੈਨੂੰ ਤੁਹਾਡੀ ਮਾਂ ਨੇ ਤੁਹਾਨੂੰ ਦੇਣ ਲਈ ਦਿੱਤੀ ਸੀ। ਇਸ ਵਿੱਚ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਹਨ। ਚਿੱਠੀ ਦੇ ਕੇ ਡਾਕਟਰ ਅਵਿਨਾਸ਼ ਉੱਥੋਂ ਚਲੇ ਗਏ ਅਤੇ ਅਮਨ ਉੱਥੇ ਬੈਠ ਕੇ ਚਿੱਠੀ ਪੜ੍ਹਨ ਲੱਗੀ, ਜਿਸ ਵਿੱਚ ਲਿਖਿਆ ਸੀ, ਮੇਰੀ ਪਿਆਰੀ ਧੀ ਅਮਨ, ਤੂੰ ਇਹ ਚਿੱਠੀ ਪੜ੍ਹ ਰਹੀ ਹੈ, ਇਸ ਦਾ ਮਤਲਬ ਹੈ ਕਿ ਮੇਰੇ ਇਸ ਸੰਸਾਰ ਨੂੰ ਛੱਡਣ ਦਾ ਸਮਾਂ ਆ ਗਿਆ ਹੈ। ਮੈਂ ਜਾਣਦੀ ਹਾਂ ਕਿ ਤੁਹਾਨੂੰ ਇਹ ਲਾਈਨ ਪੜ੍ਹ ਕੇ ਬਹੁਤ ਗੁੱਸਾ ਆਇਆ ਹੋਵੇਗਾ ਕਿ ਇਹ ਮੈਂ ਕੀ ਕਹਿ ਰਹੀ ਹਾਂ, ਪਰ ਪੁੱਤਰ ਇਹ ਸੱਚ ਹੈ। ਮੇਰੇ ਪੇਟ ਦੇ ਕੈਂਸਰ ਨੇ ਮੈਨੂੰ ਤੇਰੇ ਤੋਂ ਅਲੱਗ ਕਰ ਦਿੱਤਾ ਹੈ। ਪਲ ਭਰ ਲਈ ਤਾਂ ਮੈਂ ਇਹ ਜਾਣ ਕੇ ਬਹੁਤ ਟੁੱਟ ਗਈ ਸੀ ਕਿ ਮੇਰੀ ਜਾਣ ਤੋਂ ਬਾਅਦ ਤੇਰਾ ਕੀ ਬਣੇਗਾ, ਪਰ ਪੁੱਤਰ ਸੱਚ ਤਾਂ ਇਹ ਹੈ ਕਿ ਜੋ ਵੀ ਇਸ ਦੁਨੀਆ 'ਚ ਆਇਆ ਹੈ ਉਸ ਨੂੰ ਇੱਕ ਨਾ ਇੱਕ ਦਿਨ ਛੱਡ ਕੇ ਜਾਣਾ ਹੀ ਪਵੇਗਾ। ਤੇਰੇ ਪਾਪਾ ਵੀ ਸਾਨੂੰ ਛੱਡ ਕੇ ਚਲੇ ਗਏ ਸੀ, ਪਰ ਮੇਰੀ ਬੱਚੀ, ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੈਂ ਤੈਨੂੰ ਜਨਮ ਦਿੱਤਾ। ਤੂੰ ਇੱਕ ਬੜੀ ਹੋਣਹਾਰ ਬੇਟੀ ਨਿਕਲੀ। ਤੇਰੇ ਨਾਲ ਬਿਤਾਏ ਸਾਰੇ ਪਲ ਰੋਜ਼ ਮੇਰੀਆਂ ਅੱਖਾਂ ਅੱਗੇ ਘੁੰਮਦੇ ਹਨ, ਖਾਸ ਕਰਕੇ ਜਦੋਂ ਤੂੰ ਪਹਿਲੀ ਵਾਰ ਮੰਮੀ ਕਿਹਾ ਸੀ ਤੇ ਪਹਿਲੀ ਵਾਰ ਆਪ ਕਦਮ ਪੁੱਟੇ ਸਨ। ਉਸ ਦਿਨ ਮੈਂ ਤੇਰਾ ਹੱਥ ਫੜ ਕੇ ਤੁਰਨਾ ਸਿਖਾਇਆ ਸੀ, ਪਰ ਅੱਜ ਹੁਣ ਤੂੰ ਤੁਰਨਾ ਸਿੱਖ ਲਿਆ। ਬੇਟਾ, ਮੇਰਾ ਤੇ ਤੇਰੇ ਪਿਤਾ ਦਾ ਹਮੇਸ਼ਾ ਇੱਕ ਹੀ ਸੁਪਨਾ ਸੀ ਕਿ ਅਸੀਂ ਤੈਨੂੰ ਮਸ਼ਹੂਰ ਵਕੀਲ ਬਣਾਵਾਂਗੇ। ਤੇਰੇ ਪਾਪਾ ਇਸ ਸੁਪਨੇ ਨੂੰ ਪੂਰਾ ਹੁੰਦਾ ਨਹੀਂ ਦੇਖ ਸਕੇ, ਪਰ ਮੈਨੂੰ ਖੁਸ਼ੀ ਹੈ ਕਿ ਮੈਂ ਉਹਨਾਂ ਦਾ ਸੁਪਨਾ ਆਪਣੀਆਂ ਅੱਖਾਂ ਨਾਲ ਪੂਰਾ ਹੁੰਦਾ ਵੇਖਿਆ। ਬਸ ਵਾਅਦਾ ਕਰੋ ਕਿ ਤੂੰ ਬਿਲਕੁਲ ਵੀ ਦੁਖੀ ਨਹੀਂ ਹੋਵੇਂਗੀ ਤੇ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਏਂਗੀ। ਜਦੋਂ ਵੀ ਮੇਰੀ ਯਾਦ ਆਵੇ ਤਾਂ ਸ਼ੀਸ਼ਾ ਦੇਖ ਲਈ। ਤੇਰੀਆਂ ਅੱਖਾਂ ਤੇ ਬੁੱਲ ਮੇਰੇ ਤੇ ਹਨ, ਤੇਰਾ ਕੱਦ ਬਿਲਕੁਲ ਤੇਰੇ ਪਾਪਾ ਵਰਗਾ। ਤੂੰ ਸਾਡੇ ਦੋਨਾਂ ਦਾ ਅਕਸ ਸ਼ੀਸ਼ੇ 'ਚ ਦੇਖ ਕੇ ਸਾਨੂੰ ਕਦੇ ਵੀ ਮਿਲ ਸਕਦੀ ਹੈ। ਵਾਹਿਗੁਰੂ ਤੈਨੂੰ ਹਮੇਸ਼ਾ ਹਿੰਮਤ ਦੇਣਗੇ। ਹੱਸਦੀ ਵਸਦੀ ਰਹਿ ਮੇਰੀ ਬੱਚੀ, ਤੇਰੀ ਮਾਂ। ਚਿੱਠੀ ਪੜ੍ਹ ਕੇ ਅਮਨ ਦੀਆਂ ਅੱਖਾਂ 'ਚੋਂ ਹੰਝੂ ਆ ਜਾਂਦੇ ਹਨ ਤੇ ਉਹ ਭੱਜ ਕੇ ਡਾਕਟਰ ਅਵਿਨਾਸ਼ ਦੇ ਕੈਬਿਨ ਵੱਲ ਜਾਂਦੀ ਹੈ ਅਤੇ ਉਸ ਤੋਂ ਸੱਚਾਈ ਪੁੱਛਦੀ ਹੈ ਤਾਂ ਡਾਕਟਰ ਅਵਿਨਾਸ਼ ਅਮਨ ਨੂੰ ਸਭ ਕੁਝ ਦੱਸਦੇ ਹਨ।
ਸਭ ਕੁਝ ਜਾਣ ਕੇ ਅਮਨ ਨੂੰ ਆਪਣੀ ਮਾਂ ਤੇ ਮਾਨ ਹੋਣ ਦੇ ਨਾਲ-ਨਾਲ ਆਪਣੇ ਆਪ ਤੇ ਸ਼ਰਮ ਵੀ ਮਹਿਸੂਸ ਹੋਈ ਕਿ ਉਸ ਦੀ ਮਾਂ ਇੰਨੇ ਲੰਬੇ ਸਮੇਂ ਤੋਂ ਦੁਖੀ ਸੀ, ਪਰ ਉਹ ਉਸ ਦੇ ਦਰਦ ਨੂੰ ਮਹਿਸੂਸ ਵੀ ਨਹੀਂ ਕਰ ਸਕੀ। ਉਸ ਦੀ ਮਾਂ ਉਸ ਦੇ ਸਾਹਮਣੇ ਮਰ ਰਹੀ ਸੀ ਅਤੇ ਉਹ ਇਹ ਸਭ ਦੇਖ ਵੀ ਨਹੀਂ ਪਾ ਰਹੀ ਸੀ। ਅਮਨ ਅਜੇ ਇਹ ਸਭ ਕੁਝ ਸੋਚ ਰਹੀ ਸੀ ਕਿ ਇੱਕ ਨਰਸ ਦੌੜਦੀ ਹੋਈ ਡਾਕਟਰ ਅਵਿਨਾਸ਼ ਦੇ ਕੈਬਿਨ ਵਿੱਚ ਆਈ ਤੇ ਕਹਿਣ ਲੱਗੀ, ਸਰ ਉਹ ਮਰੀਜ਼, ਜਲਦੀ ਆਓ ਸਰ। ਡਾਕਟਰ ਅਵਿਨਾਸ਼ ਅਤੇ ਅਮਨ ਜਸਬੀਰ ਦੇ ਕਮਰੇ ਵੱਲ ਭੱਜੇ। ਡਾਕਟਰ ਅਵਿਨਾਸ਼ ਤੇ ਨਰਸ ਨੇ ਅਮਨ ਨੂੰ ਬਾਹਰ ਰੁਕਣ ਲਈ ਕਹਿ ਕੇ ਉਹ ਆਪ ਅੰਦਰ ਚਲੇ ਗਏ। ਅਮਨ ਬਾਹਰ ਬੈਠ ਕੇ ਆਪਣੀ ਮਾਂ ਦੀ ਤੰਦਰੁਸਤੀ ਲਈ ਅਰਦਾਸ ਕਰਨ ਲੱਗੀ। ਕੁਝ ਦੇਰ ਬਾਅਦ ਜਦੋਂ ਡਾਕਟਰ ਅਵਿਨਾਸ਼ ਬਾਹਰ ਆਏ ਤਾਂ ਅਮਨ ਨੇ ਉਹਨਾਂ ਨੂੰ ਆਪਣੀ ਮਾਂ ਬਾਰੇ ਪੁੱਛਿਆ। ਡਾਕਟਰ ਅਵਿਨਾਸ਼ ਨੇ ਕਿਹਾ ਕਿ ਅਮਨ, ਹਿੰਮਤ ਰੱਖ ਕੇ ਗੱਲ ਸੁਣੀ ਬੇਟਾ। ਅਮਨ ਸਮਝ ਗਈ ਤੇ ਹੌਕਾ ਲੈ ਕੇ ਉੱਥੇ ਹੀ ਬੈਠ ਗਈ। ਪਹਿਲਾਂ ਉਹ 2 ਮਿੰਟ ਚੁੱਪ ਰਹੀ ਤੇ ਫਿਰ ਅਚਾਨਕ ਉੱਚੀ-ਉੱਚੀ ਰੋਣ ਲੱਗ ਪਈ। ਡਾਕਟਰ ਅਵਿਨਾਸ਼ ਨੇ ਅਮਨ ਨੂੰ ਸੰਭਾਲਿਆ। ਉਹ ਭੱਜ ਕੇ ਆਪਣੀ ਮਾਂ ਕੋਲ ਗਈ ਤੇ ਉਸ ਨੂੰ ਪਿਆਰ ਕਰਨ ਲੱਗੀ। ਪਰ ਇੱਕ ਵਾਰ ਜਦੋਂ ਉਹ ਇਸ ਦੁਨੀਆ ਤੋਂ ਚਲੀ ਗਈ ਤਾਂ ਉਸ ਦਾ ਵਾਪਸ ਆਉਣਾ ਸੰਭਵ ਨਹੀਂ ਸੀ। ਅਮਨ ਦੀਆਂ ਚੀਕਾਂ ਦੀ ਆਵਾਜ਼ ਸੁਣ ਕੇ ਹਸਪਤਾਲ 'ਚ ਮੌਜੂਦ ਸਾਰਿਆਂ ਦਾ ਦਿਲ ਕੰਬ ਰਿਹਾ ਸੀ। ਅਮਨ ਦੇ ਦੁੱਖ ਨੂੰ ਸਮਝ ਕੇ ਵੀ ਕੋਈ ਕੁਝ ਨਹੀਂ ਕਰ ਸਕਿਆ ਤੇ ਹਰ ਕੋਈ ਕਹਿ ਰਿਹਾ ਸੀ ਕਿ ਹੇ ਵਾਹਿਗੁਰੂ, ਕਦੇ ਵੀ ਬੱਚੇ ਨੂੰ ਮਾਂ ਤੋਂ ਵੱਖ ਨਾ ਕਰੀ। ਜੇ ਤੁਸੀਂ ਇਸ ਕਹਾਣੀ ਦਾ ਦੂਸਰਾ ਭਾਗ ਸੁਣਨਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਕਮੈਂਟ ਕਰਕੇ ਦੱਸਿਓ ਤੇ ਇਹ ਵੀ ਦੱਸਿਓ ਕਿ ਤੁਹਾਨੂੰ ਇਹ ਪਹਿਲਾ ਭਾਗ ਕਿਸ ਤਰ੍ਹਾਂ ਦਾ ਲੱਗਿਆ। ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ। ਕਿਰਪਾ ਕਰਕੇ ਮੇਰੇ ਚੈਨਲ ਨਿਊ ਪੰਜਾਬੀ ਕਹਾਣੀਆਂ ਨੂੰ ਸਬਸਕ੍ਰਾਈਬ ਕਰੋ। ਵੀਡੀਓ ਨੂੰ ਲਾਈਕ ਕਰਕੇ ਕਮੈਂਟ ਕਰਕੇ ਦੱਸ ਦਿਆ ਕਰੋ ਕਿ ਤੁਹਾਨੂੰ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਹੈ। ਨਿਊ ਪੰਜਾਬੀ ਕਹਾਣੀਆਂ ਚੈਨਲ ਦੀਆਂ ਟੌਪ ਰੇਟਡ ਕਹਾਣੀਆਂ ਹਨ ਮਾਂ ਨਾਲ ਪੇਕੇ, ਮਾਂ ਦੀ ਸਿੱਖਿਆ, ਨੂੰਹ 10 ਨੰਬਰੀ, ਭੈਣ ਭਰਾ, ਨੂੰਹ ਪੁੱਤ, ਨੂੰਹ ਕਿਵੇਂ ਸੁਧਰੀ, ਕੁਆਰੀ ਮਾਂ, ਪਰੀਆਂ ਵਰਗੀ ਨੂੰਹ, ਧੀ, 3 ਮੁੰਡਿਆਂ ਦੀ ਮਾਂ, ਬਟਵਾਰਾ। ਕਿਰਪਾ ਕਰਕੇ ਨਿਊ ਪੰਜਾਬੀ ਕਹਾਣੀਆਂ ਚੈਨਲ ਤੇ ਜਾਓ ਤੇ ਇਹ ਸਾਰੀਆਂ ਕਹਾਣੀਆਂ ਸੁਣੋ। ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਇਹ ਕਹਾਣੀਆਂ ਜ਼ਰੂਰ ਪਸੰਦ ਆਉਣਗੀਆਂ।